ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਵਾਰ ਦੇ ਦੂਜੇ ਸ਼ਬਦ ਦੀ ਵਾਰੀ ਹੈ ਜੀ। ਵਾਰ ਮਾਜ ਕੀ ਤਥਾ ਸ਼ਲੋਕ ਮਹੱਲਾ ਪਹਿਲਾ। ਮਲਕ ਮੁਰੀਦ ਤਥਾ ਚੰਦਰਹੜਾ ਸੋਇਆ ਕੀ ਧੁਨੀ ਗਾਵਣੀ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਸ਼ਲੋਕ ਮਹੱਲਾ ਪਹਿਲਾ। ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ। ਅੱਖੀ ਦੇਖੇ ਜੀਵਾ ਬੋਲੇ ਕੰਨੀ ਸੁਰਤ ਸਮਾਏ। ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪਹਿਨੇ ਖਾਏ। ਜਿਨ ਰਚ ਰਚਿਆ ਤਿਸੇ ਨ ਜਾਣੇ ਅੰਧਾ ਅੰਧ ਕਮਾਏ। ਨਾ ਭੱਜੇ ਤਾਂ ਠੀਕਰ ਹੋਵੇ ਕਾੜਤ ਘੜੀ ਨ ਜਾਏ। ਨਾਨਕ ਗੁਰ ਬਿਨ ਨਾ ਪਤ ਪਤ ਬਿਨ ਪਾਰ ਨ ਪਾਏ। ਮਹੱਲਾ ਦੂਜਾ। ਦੇ ਥਾਵੇ ਦਿੱਤਾ ਚੰਗਾ ਮਨਮੁਖ ਐਸਾ ਜਾਣੀਏ। ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਆਖ ਵਖਾਣੀਏ। ਅੰਤਰ ਬਹਿ ਕੇ ਕਰਮ ਕਮਾਵੇ ਸੋ ਚੌ ਕੁੰਡੀ ਜਾਣੀਏ। ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਣੇ ਪਾਪੀ ਜਾਣੀਏ। ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀਏ। ਜਿਚਰ ਤੇਰੀ ਜੋਤ ਤਿਚਰ ਜੋਤ ਵਿੱਚ ਤੂੰ ਬੋਲੇ। ਵਿਣ ਜੋਤੀ ਕੋਈ ਕੁਛ ਕਰੇ ਦਿਖਾ ਸਿਆਣੀਏ। ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਝਾਣੀਏ। ਪੌੜੀ। ਤੁਧ ਆਪੇ ਜਗਤ ਉਪਾਇ ਕੇ ਤੁਧ ਆਪੇ ਧੰਦੇ ਲਾਇਆ। ਮੋਹ ਠਗਿਓਲੀ ਪਾਇ ਕੇ ਤੁਧ ਆਪੇ ਜਗਤ ਖੁਆਇਆ। ਤਿਸਨਾ ਅੰਦਰ ਅਗਨ ਹੈ ਨੈ ਤਿਪਤੇ ਭੂਖਾ ਧਿਆਇਆ। ਸਹਿਸਾ ਇਹ ਸੰਸਾਰ ਹੈ ਮਰ ਜੰਮੇ ਆਇਆ ਜਾਇਆ। ਬਿਨ ਸਤਿਗੁਰ ਮੋਹ ਨ ਟੁੱਟਈ ਸਭ ਥੱਕੇ ਕਰਮ ਕਮਾਇਆ। ਗੁਰਮਤੀ ਨਾਮ ਧਿਆਈਐ ਸੁਖ ਸਹਿਜ ਸੁਖ ਰਜਾ ਜਾ ਤੁਧ ਪਾਇਆ। ਕੁਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ। ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ। ਕੁਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ। ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਉਸ ਕਰਤਾ ਪੁਰਖ ਨੇ ਜਿੰਦ ਪਾ ਕੇ ਮਨੁੱਖੀ ਸਰੀਰ ਬਣਾਇਆ ਹੈ ਅਤੇ ਵਿਉਂਤ ਬਣਾ ਕੇ ਇਸ ਨੂੰ ਰੱਖਿਆ ਹੈ। ਮਨੁੱਖ ਅੱਖਾਂ ਨਾਲ ਵੇਖਦਾ ਹੈ, ਮੂੰਹ ਨਾਲ ਬੋਲਦਾ ਹੈ। ਇਸ ਦੇ ਕੰਨਾਂ ਵਿੱਚ ਸੁਣਨ ਦੀ ਸ਼ਕਤੀ ਸਮਾਈ ਟਿਕੀ ਹੋਈ ਹੈ। ਫਿਰ ਗੁਰੂ ਜੀ ਕਹਿੰਦੇ ਹਨ ਜੀਵ ਪੈਰਾਂ ਨਾਲ ਚੱਲਦਾ ਹੈ, ਹੱਥਾਂ ਨਾਲ ਕੰਮ ਕਰਦਾ ਹੈ। ਉਸ ਪਰਮੇਸ਼ਰ ਦਾ ਦਿੱਤਾ ਹੋਇਆ ਪਾਂਦਾ ਤੇ ਖਾਂਦਾ ਹੈ। ਪਰ ਜਿਸ ਸਿਰਜਣਹਾਰ ਨੇ ਇਸ ਦੇ ਸਰੀਰ ਨੂੰ ਬਣਾ ਕੇ ਸਵਾਰਿਆ ਹੈ ਉਸ ਨੂੰ ਇਹ ਪਛਾਣਦਾ ਹੀ ਨਹੀਂ। ਅੰਨਾ ਅਗਿਆਨੀ ਮਨੁੱਖ ਇਸ ਤਰ੍ਹਾਂ ਦੇ ਅਗਿਆਨਤਾ ਦੇ ਵਾਲੇ ਕੰਮ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਦੋਂ ਇਸ ਦਾ ਸਰੀਰ ਰੂਪੀ ਭਾਂਡਾ ਭੱਜਦਾ ਹੈ ਤਾਂ ਭੱਜ ਕੇ ਠੀਕਰਾ ਹੋ ਜਾਂਦਾ ਹੈ, ਭਾਵ ਮਿੱਟੀ ਵਿੱਚ ਮਿਲ ਜਾਂਦਾ ਹੈ ਜੀ। ਕਿਸੇ ਅਰਥ ਨਹੀਂ ਆਉਂਦਾ ਅਤੇ ਮੁੜ ਸਰੀਰਕ ਬਣਤਰ ਵੀ ਨਹੀਂ ਬਣ ਸਕਦੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰੂ ਤੋਂ ਬਿਨਾਂ ਜੀਵ ਦੀ ਸੰਸਾਰ ਅਤੇ ਰੱਬੀ ਦਰਬਾਰ ਵਿੱਚ ਇੱਜ਼ਤ ਨਹੀਂ ਹੁੰਦੀ ਅਤੇ ਇੱਜ਼ਤ ਤੋਂ ਬਿਨਾਂ ਇਹ ਬਿਖਮ ਭੌਜਲ ਤੋਂ ਪਾਰ ਵੀ ਨਹੀਂ ਪੈ ਸਕਦਾ। ਭਾਵ ਉਸ
ਸਿਰਜਣਹਾਰ ਕਰਤਾ ਪੁਰਖ ਦੇ ਦੱਸੇ ਰਸਤੇ 'ਤੇ ਚੱਲਣ ਤੋਂ ਬਿਨਾਂ, ਹੁਕਮ ਨੂੰ ਸਮਝਣ ਤੋਂ ਬਿਨਾਂ ਇਸ ਮਾਇਆਵੀ ਸੰਸਾਰ ਤੋਂ ਪਾਰ ਨਹੀਂ ਲੰਘ ਸਕੀਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨਮੁਖ ਨੂੰ ਇਹੋ ਜਿਹਾ ਸਮਝਣਾ ਚਾਹੀਦਾ ਹੈ, ਭਾਵ ਉਸ ਦੀ ਨਿਸ਼ਾਨੀ ਇਹ ਹੈ ਕਿ ਉਹ ਦਾਤੇ ਨਾਲੋਂ ਉਸ ਦਾ ਦਿੱਤਾ ਪਦਾਰਥ ਚੰਗਾ ਸਮਝਦਾ ਹੈ। ਉਸ ਮਨਮੁਖ ਦੀ ਸਮਝ, ਅਕਲ ਤੇ ਸਿਆਣਪ ਨੂੰ ਕੀ ਆਖ ਕੇ ਬਿਆਨ ਕਰੀਏ, ਭਾਵ ਬਹੁਤ ਹੀ ਘਟੀਆ ਹੈ। ਉਹ ਆਪਣੇ ਅੰਦਰ ਬੈਠ ਕੇ, ਭਾਵ ਲੁਕ ਕੇ ਮੰਦੇ ਕੰਮ ਕਰਦਾ ਹੈ, ਮਾਇਆਵੀ ਵਿਕਾਰਾਂ ਵਾਲੇ ਕੰਮ ਕਰਦਾ ਹੈ। ਉਹਨਾਂ ਮਾੜੇ ਕੰਮਾਂ ਕਰਕੇ ਚੌਹਾਂ ਕੁੰਡਾਂ ਵਿੱਚ, ਭਾਵ ਹਰ ਪਾਸੇ ਨਸ਼ਰ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਧਰਮ ਕਮਾਉਂਦਾ ਹੈ ਉਸ ਦਾ ਨਾਂ ਧਰਮੀ ਪ੍ਰਸਿੱਧ ਹੋ ਜਾਂਦਾ ਹੈ, ਅਤੇ ਪਾਪ ਕਰਮ ਕਮਾਉਣ ਵਾਲਾ ਮਨੁੱਖ ਪਾਪੀ ਸਮਝਿਆ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਸ੍ਰਿਸ਼ਟੀ ਦੇ ਕਰਤੇ, ਸਿਰਜਣਹਾਰ ਕਰਤਾਰ ਪੁਰਖ, ਤੂੰ ਆਪੇ ਹੀ ਸਾਰੇ ਕੌਤਕ ਕਰ ਰਿਹਾ ਹੈ। ਤੇਰੇ ਤੋਂ ਬਿਨਾਂ ਹੋਰ ਦੂਜਾ ਕਿਹੜਾ ਹੈ ਜਿਹੜਾ ਆਖ ਕੇ ਦੱਸੀਏ, ਭਾਵ ਕੋਈ ਨਹੀਂ ਹੈ ਜੀ। ਹੇ ਪਰਮੇਸ਼ਰ, ਜਦੋਂ ਤਾਈਂ ਤੇਰੀ ਜੋਤ ਸਰੀਰ ਵਿੱਚ ਹੈ, ਉਦੋਂ ਤਾਈਂ ਜੋਤੀ ਵਿੱਚ ਤੂੰ ਆਪ ਬੋਲ ਰਿਹਾ ਹੈ ਜੀ। ਬਿਨਾਂ ਜੋਤ ਤੋਂ ਕੋਈ ਕੁਝ ਕਰੇ, ਫਿਰ ਦੇਖੀਏ ਜਾਣੀਏ ਕਿ ਕੋਈ ਬੜਾ ਸਿਆਣਾ ਤੇ ਸ਼ਕਤੀਵਾਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖ ਦੀ ਨਜ਼ਰ ਵਿੱਚ ਇਹ ਆਇਆ ਹੈ ਕਿ ਇੱਕੋ ਹਰੀ ਹੀ ਕੇਵਲ ਸੁਗੜ ਤੇ ਸੁਜਾਨ ਹੈ ਜੀ। ਉਸ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਸਕੀਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਤੂੰ ਆਪ ਹੀ ਜਗਤ ਨੂੰ ਪੈਦਾ ਕਰਕੇ ਤੂੰ ਆਪ ਹੀ ਇਸ ਨੂੰ ਧੰਦੇ ਵਿੱਚ ਲਾ ਛੱਡਿਆ ਹੈ। ਮੋਹ ਰੂਪੀ ਠੱਗ ਬੂਟੀ ਪਾ ਕੇ ਤੂੰ ਆਪ ਹੀ ਜਗਤ ਨੂੰ ਆਪੇ ਦੀ ਪਛਾਣ ਤੋਂ ਖੁੰਝਾਇਆ ਹੋਇਆ ਹੈ ਜੀ। ਇਸ ਜਗਤ ਦੇ ਅੰਦਰ ਤ੍ਰਿਸ਼ਨਾ ਰੂਪੀ ਅਗਨੀ ਹੈ, ਜਿਸ ਕਰਕੇ ਇਹ ਸਦਾ ਭੁੱਖਾ ਤੇ ਤਰਿਆਇਆ ਪਿਆਸਾ ਹੀ ਰਹਿੰਦਾ ਹੈ ਜੀ, ਰੱਜਦਾ ਹੀ ਨਹੀਂ। ਇਹ ਸੰਸਾਰ ਰੂਪ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਲਈ ਜੀਵ ਮਰ ਕੇ ਜੰਮਦਾ ਰਹਿੰਦਾ ਹੈ, ਭਾਵ ਜੂਨੀਆਂ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਸਾਰੇ ਜੀਵ ਕਰਮ ਕਮਾ ਕਮਾ ਕੇ ਥੱਕ ਗਏ ਹਨ ਜੀ, ਪਰ ਸਤਿਗੁਰ ਤੋਂ ਬਿਨਾਂ ਮਾਇਆ ਦਾ ਮੋਹ ਨਹੀਂ ਮਿਟਦਾ, ਭਾਵ ਉਸ ਗੁਰਸ਼ਬਦ ਗੁਰਬਾਣੀ ਦੀ ਓਟ ਆਸਰਾ ਲੈ ਕੇ ਸਤਿਗੁਰ ਦੇ ਭਾਣੇ ਨੂੰ ਮੰਨਣ ਤੋਂ ਬਿਨਾਂ ਇਹ ਮਾਇਆਵੀ ਵਿਕਾਰ ਖਤਮ ਨਹੀਂ ਹੁੰਦੇ ਜੀ। ਹੇ ਪਰਮਾਤਮਾ, ਜਿਸ ਜਗਿਆਸੂ ਨੇ ਇਸ ਗੁਰਮਤਿ ਦੁਆਰਾ ਤੇਰਾ ਨਾਮ ਧਿਆਇਆ ਹੈ, ਉਹ ਨਾਮ ਦੇ ਸੁੱਖ ਵਿੱਚ ਉਦੋਂ ਰੱਜ ਗਿਆ ਹੈ ਜੀ। ਜਦੋਂ ਤੈਨੂੰ ਚੰਗਾ ਲੱਗ ਗਿਆ, ਉਸ ਨੂੰ ਜਨਮ ਦੇਣ ਵਾਲੀ ਮਾਤਾ ਧਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਉਸ ਨੂੰ ਮਾਨੋ ਆਪਣਾ ਆਪ ਤੇ ਆਪਣਾ ਕੁਲ ਵੀ ਉਧਾਰ ਲਿਆ ਹੈ ਜੀ। ਤੱਤ ਇਹ ਹੈ ਕਿ ਜਿਸ ਨੇ ਉਸ ਹਰੀ ਮੂਲ ਨਾਲ, ਉਸ ਸਿਰਜਣਹਾਰ ਦੇ ਹੁਕਮ ਨੂੰ ਸਮਝ ਕੇ ਪਛਾਣ ਕੇ ਉਹ ਆਪਣੇ ਮਾਇਆਵੀ ਵਿਕਾਰ ਛੱਡ ਕੇ ਉਸ ਨਾਲ ਚਿੱਤ ਲਾਇਆ ਹੈ, ਫਿਰ ਉਸ ਦੀ ਸੋਭਾ ਹਰ ਪਾਸੇ ਪਸਰ ਗਈ ਹੈ ਜੀ।
ਭਾਵ ਉਸ ਨੂੰ ਸਾਰੇ ਪਾਸੋਂ ਸੰਤੁਸ਼ਟੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਇਸ ਪੰਕਤੀ ਵਿੱਚ ਕਹਿੰਦੇ ਹਨ, ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ। ਉਸ ਵਾਹਿਗੁਰੂ ਨੇ ਮਨੁੱਖ ਨੂੰ ਸਾਜਿਆ, ਸਵਾਰਿਆ ਤੇ ਰੱਖਿਆ ਹੀ ਨਹੀਂ ਸਗੋਂ ਅਨੇਕਾਂ ਦਾਤਾਂ ਬਖਸ਼ ਕੇ ਨਿਹਾਲ ਵੀ ਕੀਤਾ ਹੈ ਜੀ। ਪਰ ਜੀਵ ਦੀ ਇਹ ਦਸ਼ਾ ਹੈ, ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਜਿਨ ਰਚਿਆ ਤਿਸੇ ਨਾ ਜਾਣੇ ਅੰਧਾ ਅੰਧ ਕਮਾਏ। ਵਾਹਿਗੁਰੂ ਜੀ ਦੀਆਂ ਦਾਤਾਂ ਦਾ ਕੋਈ ਸ਼ੁਮਾਰ ਨਹੀਂ। ਅੱਖਾਂ, ਨੱਕ, ਕੰਨ, ਹੱਥ, ਪੈਰ ਆਦਿ ਬਿਨਾਂ ਮੁੱਲ ਤੋਂ ਦਿੱਤੇ ਹਨ। ਫਿਰ ਸੰਸਾਰ ਵਿੱਚ ਕੋਈ ਅਜਿਹਾ ਭੰਡਾਰ ਨਹੀਂ ਜਿੱਥੋਂ ਮੁੱਲ ਤੇ ਦੇ ਕੇ ਇਹ ਵਸਤਾਂ ਖਰੀਦੀਆਂ ਜਾ ਸਕਣ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰ ਮਨੁੱਖ ਬਹੁਤ ਅਕਿਰਤਕਣ ਹੈ, ਜਿਹੜਾ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ ਵਿੱਚ ਹੀ ਆਪਣਾ ਜੀਵਨ ਸੁਖੀ ਪ੍ਰਤੀਤ ਕਰ ਰਿਹਾ ਹੈ। ਭਾਵ ਉਹ ਬਾਹਰ ਦੀਆਂ ਦਿੱਤੀਆਂ ਸਾਰੀਆਂ ਚੀਜ਼ਾਂ ਨੂੰ ਹੀ ਦਾਤ ਸਮਝ ਰਿਹਾ ਹੈ ਅਤੇ ਉਹਨਾਂ ਨੂੰ ਹੀ ਵੇਖ ਵੇਖ ਕੇ ਖੁਸ਼ ਹੁੰਦਾ ਹੈ ਅਤੇ ਉਸਦੇ ਵਿੱਚ ਮਦਹੋਸ਼ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਕਰਤਾ ਪੁਰਖ ਦੇ ਨਿਆਂ ਅਨੁਸਾਰ ਪਾਪ ਕਰਮ ਕਰਨ ਵਾਲੇ ਨੂੰ ਪਾਪੀ ਤੇ ਧਰਮ ਕਰਮ ਕਰਨ ਵਾਲੇ ਨੂੰ ਧਰਮੀ ਸਮਝਿਆ ਜਾਂਦਾ ਹੈ। ਜੀਵ ਦੀ ਅਹੰਕਾਰ ਤੋੜਨ ਲਈ ਇੱਕ ਗੱਲ ਹੋਰ ਸਪਸ਼ਟ ਕਰ ਦਿੱਤੀ ਹੈ ਕਿ ਉਹ ਸਿਰਜਣਹਾਰ ਦੀ ਜੋਤ ਹੀ ਇੱਕ ਅਜਿਹੀ ਸ਼ਕਤੀ ਹੈ ਜਿਸ ਨਾਲ ਸਾਰੇ ਸਰੀਰ ਤੇ ਹੋਰ ਸ੍ਰਿਸ਼ਟੀ ਦਾ ਪਸਾਰਾ ਚੱਲ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਇਹ ਜੋਤ ਸਰੀਰ ਵਿੱਚੋਂ ਕੱਢ ਲਈ ਜਾਵੇ ਤਾਂ ਇਸ ਦੀ ਹਾਲਤ ਉਸ ਮਿੱਟੀ ਦੇ ਭੱਜੇ ਹੋਏ ਭਾਂਡੇ, ਭਾਵ ਜਦੋਂ ਮਿੱਟੀ ਦਾ ਬਣਿਆ ਹੋਇਆ ਭਾਂਡਾ ਭੱਜਦਾ ਹੈ ਤਾਂ ਉਸ ਤੋਂ ਬਾਅਦ ਉਹਦੇ ਛੋਟੇ ਛੋਟੇ ਟੁਕੜਿਆਂ ਨੂੰ ਠੀਕਰੇ ਕਹਿੰਦੇ ਹਨ ਅਤੇ ਉਹ ਕਹਿੰਦੇ ਹਨ ਭੱਜੇ ਹੋਏ ਠੀਕਰੇ ਤੋਂ ਵੀ ਨਿਕੰਮੀ ਹੈ, ਜੋ ਟੁੱਟਿਆਂ ਪੈਰਾਂ ਦੇ ਹੇਠ ਹੀ ਰੁਲਦਾ ਰਹਿੰਦਾ ਹੈ ਜੀ। ਪੌੜੀ ਵਿੱਚ ਜਗਤ ਨੂੰ ਇੱਕ ਖੇਲ ਦੱਸਿਆ ਹੈ। ਇਸ ਵਿੱਚ ਮੋਹ ਦੀ ਠਗਮੂਰੀ ਹੈ, ਜਿਸ ਨੂੰ ਸੁੰਘਣ ਕਰਕੇ ਇਹ ਜਗਤ ਬੇਹੋਸ਼ ਹੋਇਆ ਪਿਆ ਹੈ ਜੀ। ਮਾਇਆ ਦਾ ਮੋਹ ਤੇ ਪਦਾਰਥਕ ਹਵਸ ਨਾਲ ਨਾ ਇਸ ਦੀ ਭੁੱਖ ਲੈਂਦੀ ਹੈ ਅਤੇ ਨਾ ਹੀ ਇਹ ਸੁੱਖ ਵਿੱਚ ਸਮਾ ਸਕਦਾ ਹੈ ਜੀ। ਇਸ ਦਾ ਮੂਲ ਕਾਰਨ ਤ੍ਰਿਸ਼ਨਾ ਹੈ। ਤ੍ਰਿਸ਼ਨਾ ਸਦਾ ਤੱਤੀ ਰਹਿੰਦੀ ਹੈ ਜੀ। ਇਸ ਵਿੱਚ ਤ੍ਰਿਪਤੀ ਨਹੀਂ ਹੁੰਦੀ ਜੀ। ਭਾਵ ਮਨੁੱਖ ਮਾਇਆਵਾਦੀ ਵਿਕਾਰ ਨੂੰ ਪਾਲ ਕੇ ਹੋਰ ਮੰਗੀ ਜਾਂਦਾ ਹੈ ਜੀ। ਅਸੀਂ ਉਸੇ ਤ੍ਰਿਸ਼ਨਾ ਦੇ ਵਿੱਚ, ਇੱਛਾ ਦੇ ਵਿੱਚ ਫਸਿਆ ਰਹਿੰਦਾ ਹੈ ਜੀ। ਉਸ ਤ੍ਰਿਸ਼ਨਾ ਦਾ ਕੋਈ ਅੰਤ ਨਹੀਂ। ਹਾਂ, ਜਿਹੜਾ ਗੁਰਮੁਖ ਉਸ ਸਿਰਜਣਹਾਰ ਦਾ ਨਾਮ, ਗੁਰਸ਼ਬਦ, ਗੁਰਬਾਣੀ ਦੀ ਓਟ ਲੈ ਕੇ ਸਮਝਦਾ ਹੈ ਅਤੇ ਜਪਦਾ ਹੈ, ਗੁਰੂ ਦੇ ਭਾਣੇ ਅਨੁਸਾਰ ਚੱਲਦਾ ਹੈ, ਸ਼ਬਦ ਕਲਾ ਨਾਲ ਉਸ ਦਾ ਚਿੱਤ ਉਸ ਸਿਰਜਣਹਾਰ ਦੇ ਸਿਮਰਨ ਵਿੱਚ ਲੱਗ ਜਾਂਦਾ ਹੈ ਜੀ। ਉਸ ਦੀ ਸੁਰਤ ਸੋਹਣੀ ਤੇ ਰੱਜੀ ਰਹਿੰਦੀ ਹੈ। ਉਹ ਹਰ ਨਾਲ ਆਪ ਤੇ ਆਪਣੀ ਕੁਲ ਵੀ ਸੁਧਾਰ ਲੈਂਦਾ ਹੈ ਜੀ ਤੇ ਆਪਣੇ ਮਾਤਾ ਪਿਤਾ ਨੂੰ ਵੀ ਸ਼ਾਬਾਸ਼ੀ ਦਿਵਾਉਂਦਾ ਹੈ ਜੀ। ਭਾਵ ਉਹ ਆਪਣੇ ਸਾਰੇ ਮਾਇਆਵੀ ਵਿਕਾਰ ਖਤਮ ਕਰ ਲੈਂਦਾ ਹੈ ਜੀ।
ਸੋ ਸਾਰੀ ਗੱਲ ਉਸ ਸਿਰਜਣਹਾਰ ਕਰਤਾ ਪੁਰਖ ਦੇ ਭਾਣੇ ਨੂੰ ਸਮਝ ਕੇ ਚੱਲਣ ਦੀ ਹੈ ਜੀ, ਅਤੇ ਉਸ ਹਰੀ ਮੂਲ ਨਾਲ ਜੁੜਨ ਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।